ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਾਣਾ ਸਿੰਘ ਧਾਲੀਵਾਲ ਸਾਹਿਬ ਜੀ ਆਏ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਤੁਹਾਡੇ ਰਾਹੀਂ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਧਾਲੀਵਾਲ ਸਾਹਿਬ, ਆਖਰ ਕਿਸਾਨ ਅੰਦੋਲਨ 26 ਨਵੰਬਰ ਨੂੰ 1 ਸਾਲ ਹੋ ਗਿਆ ਸੀ। ਉਹੀ ਜੋਸ਼ ਸੀ, ਜਲਾਉ ਸੀ ਜੋ ਸਾਲ ਪਹਿਲਾਂ ਸੀ। ਭਾਵੇਂ ਬੇਸ਼ੱਕ ਗੱਲ ਚੱਲੀ ਕਿ ਭੀੜ ਘੱਟ ਹੋ ਗਈ, ਪਰ ਜਦੋਂ ਵੀ ਕਿਸਾਨਾਂ ਵੱਲੋਂ ਐਸਕੇਐਮ ਵੱਲੋਂ ਜਦੋਂ ਵੀ ਕਿਹਾ ਗਿਆ ਕਿ ਕਿਸਾਨ ਮਹਾਪੰਚਾਇਤ ਹੈ, ਉਸ ਮਹਾਪੰਚਾਇਤ ਦੇ ਵਿੱਚ ਜੋ ਗਿਣਤੀ ਸੀ ਲੱਖਾਂ ਦੇ ਵਿੱਚ ਗਿਣਤੀ ਹੋਈ ਤੇ ਬੀਜੇਪੀ ਸਰਕਾਰ ਨੂੰ ਆਪਣੀ ਕੁਰਸੀ ਦਾ ਡਰ ਸਤਾਉਂਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਕਰੀਨ ਤੇ ਆ ਕੇ ਅਪੀਲ ਕੀਤੀ, ਅਸੀਂ ਤਿੰਨੋਂ ਖੇਤੀ ਕਾਨੂੰਨ ਰਿਪੀਲ ਕਰਨ ਲੱਗੇ ਹਾਂ, ਵਾਪਸ ਲੈਣ ਲੱਗੇ ਹਾਂ ਤਿੰਨੋਂ ਖੇਤੀ ਕਾਨੂੰਨਾਂ ਨੂੰ। ਉਸ ਤੋਂ ਬਾਅਦ 26 ਨਵੰਬਰ ਦੇ ਦਿਨ 1 ਸਾਲ ਦਾ ਦਿਹਾੜਾ ਮਨਾਇਆ ਗਿਆ ਦਿੱਲੀ ਦੇ ਬਾਰਡਰਾਂ ਦੇ ਉੱਤੇ। ਲੱਖਾਂ ਕਿਸਾਨਾਂ ਦਾ ਇਕੱਠ ਸੀ। 29 ਨਵੰਬਰ ਨੂੰ ਸਰਦ ਰੁੱਤ ਦਾ ਇਜਲਾਸ ਸ਼ੁਰੂ ਹੋਣ ਵਾਲਾ ਉਸੇ ਦਿਨ ਕਿਸਾਨਾਂ ਦਾ ਪ੍ਰੋਗਰਾਮ ਸੀ 500 ਵਲੰਟੀਅਰ ਜਾਣਗੇ ਤੇ ਸੰਸਦ ਵੱਲ ਕੂਚ ਕਰਨਗੇ। ਉਹ ਫੈਸਲਾ ਹੁਣ ਵਾਪਸ ਲੈ ਲਿਆ ਗਿਆ। 4 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਕਿ 4 ਦਸੰਬਰ ਤੱਕ ਦੇਖਦੇ ਹਾਂ ਕੀ ਬਣਦਾ। ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ, ਪ੍ਰਸਤਾਵ ਪਾਸ ਹੋ ਗਿਆ। ਪਹਿਲੇ ਦਿਨ ਖਰੜਾ ਪੇਸ਼ ਹੋਊਗਾ, ਮੋਹਰ ਲੱਗ ਸਕਦੀ ਹੈ ਰੱਦ ਦੀ, ਕਾਨੂੰਨ ਰੱਦ ਹੋਣ ਤੇ ਜਿਵੇਂ MSP ਦੀ ਹੁਣ ਗੱਲ ਚੱਲਦੀ ਹੈ। MSP ਬਾਰੇ ਦੱਸਿਓ ਕਿ ਬੀਜੇਪੀ ਲਈ ਗਲ ਦੀ ਹੱਡੀ ਬਣਿਆ ਹੋਇਆ। ਬੀਜੇਪੀ ਸਰਕਾਰ ਨਜਿੱਠ ਸਕਦੀ ਹੈ। ਇਸ਼ੂ ਵੱਡਾ ਜਾਂ ਫਿਰ ਛੋਟਾ ਇਸ਼ੂ ਹੈ। ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ਦੀ ਸਫਲਤਾ ਧਾਲੀਵਾਲ ਸਾਹਿਬ, ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਸੰਸਦ ਕੂਚ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ, ਉਹ ਮੁਲਤਵੀ ਕਰ ਦਿੱਤਾ ਗਿਆ ਕਿ ਬੀਜੇਪੀ ਸਰਕਾਰ ਨੂੰ ਦੇਖ ਲੈਂਦੇ ਹਾਂ ਆਖਰ 29 ਤਰੀਕ ਦੇ ਪ੍ਰੋਗਰਾਮ 'ਚ ਬੀਜੇਪੀ ਸਰਕਾਰ ਕਰਦੀ ਕੀ ਹੈ। ਤੀਜਾ ਸਵਾਲ MSP, ਇਹ ਜਿੱਡਾ ਵੱਡਾ ਇਸ਼ੂ ਬਣਾਇਆ ਜਾ ਰਿਹਾ ਕਿ ਉਸ ਲੈਵਲ ਦਾ ਇਸ਼ੂ ਹੈ ਜਾਂ ਫਿਰ ਸਰਕਾਰ ਲਈ ਕੋਈ ਵਾਲੀ ਵੱਡੀ ਗੱਲ ਨਹੀਂ ਹੈ MSP ਦਾ ਰੇੜਕਾ ਹੱਲ ਕਰਨ ਦੇ ਲਈ। ਜੀ ਧਾਲੀਵਾਲ ਸਾਹਿਬ। ਜਿੱਥੋਂ ਤੱਕ ਤਾਂ ਹੈ ਅੰਦੋਲਨ ਦੀ ਸਫਲਤਾ ਦੀ ਗੱਲ ਜੀ, ਇਹ ਹੈ ਕਿ ਅੰਦੋਲਨ ਜਦੋਂ ਤੋਂ ਸਟਾਰਟ ਹੋਇਆ, ਜਿਵੇਂ ਸਟਾਰਟ ਹੋਇਆ, ਉਦੋਂ ਤੋਂ ਜਿਹੜੀਆਂ ਵਿਰੋਧੀ ਪਾਰਟੀਆਂ ਸੀ, ਇੱਕ ਤੇ ਉਹਨਾਂ ਨੂੰ ਕਿਤੇ ਸ਼ੰਕਾ ਸੀ। ਮੈਂ ਸਾਰੀਆਂ ਵਿਰੋਧੀ ਪਾਰਟੀਆਂ ਬਾਰੇ ਇਹ ਅੰਕਲਨ ਕਰਦਾ ਕਿ ਸਭ ਵਿਰੋਧੀ ਪਾਰਟੀਆਂ ਨੂੰ ਇਹ ਸੀ ਕਿ ਜਿਵੇਂ ਪਹਿਲਾਂ ਮੋਦੀ, BJP ਤੇ RSS ਦੇ ਕਾਡਰ ਨੇ ਰਲ ਕੇ ਸਾਰੇ ਅੰਦੋਲਨ ਬਹੁਤ ਹੀ ਸਾਜ਼ਿਸ਼ੀ ਤਰੀਕੇ ਨਾਲ ਕੁਚਲੇ ਨੇ ਔਰ ਇਹ ਅੰਦੋਲਨ ਵੀ ਇਹ ਕੁਚਲ ਨਾ ਦੇਣ, ਇਸ ਕਰਕੇ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਸੋਚਣਾ ਪਿਆ ਕਿ ਅਸੀਂ ਇਹਨਾਂ ਨਾਲ ਜਾਈਏ ਜਾਂ ਨਾ ਜਾਈਏ। ਦੂਸਰਾ ਪੱਖ ਕਿਸਾਨਾਂ ਨੇ ਆਪਣੇ ਆਪ ਇਹ ਫੈਸਲਾ ਲਿਆ ਕਿ ਅਸੀਂ ਇਸ ਅੰਦੋਲਨ ਨੂੰ ਵਿਰੋਧੀ ਸਿਆਸੀ ਪਾਰਟੀਆਂ ਨਾਲ ਜੋੜੀਏ ਜਾਂ ਨਾ ਜੋੜੀਏ। ਉਹ ਇਹਦੇ ਬਾਰੇ ਬਹੁਤ ਹੀ ਸ਼ੁਰੂ ਤੋਂ ਕਲੀਅਰ ਸੀ ਕਿ ਅਸੀਂ ਵਿਰੋਧੀ ਸਿਆਸੀ ਪਾਰਟੀਆਂ ਨਾਲ ਇਹ ਅੰਦੋਲਨ ਨਹੀਂ ਜੋੜਨਾ। ਇਸ ਅੰਦੋਲਨ ਨੂੰ ਅਸੀਂ ਬਿਲਕੁਲ ਨਿਰਪੱਖ ਤੇ ਗੈਰ ਰਾਜਸੀ ਪਾਰਟੀਆਂ ਦਾ ਅੰਦੋਲਨ ਬਣਾ ਕੇ ਚਲਾਉਣਾ ਜੀ। ਜਿੱਥੋਂ ਤੱਕ ਇਹ ਹੁੰਦਾ ਅੰਦੋਲਨ ਦੇ ਰਾਜਸੀ ਪ੍ਰਭਾਵ ਤਾਂ ਹੁੰਦੇ ਹੀ ਹੁੰਦੇ ਨੇ, ਉਹ ਸੱਚ ਹੈ। ਉਹ ਤੇ ਬਾਰ-ਬਾਰ ਆਪਣੇ ਟਕੈਤ ਸਾਹਿਬ ਵੀ ਕਹਿੰਦੇ ਨੇ ਕਿ ਜਿਹੜਾ ਬੰਦਾ ਵੋਟ ਦਿੰਦਾ ਉਹ ਰਾਜਸੀ ਹੈ। ਇਸ ਕਰਕੇ ਰਾਜਸੀ ਹਰਕਤਾਂ, ਰਾਜਸੀ ਪ੍ਰਭਾਵ ਹਰ ਇੱਕ ਅੰਦੋਲਨ ਦੇ ਰਹਿਣਗੇ। ਪਰੰਤੂ ਮੈਂ ਸ਼ੁਰੂ ਤੋਂ ਇਹ ਸਮਝਦਾ ਕਿ ਕਿਸਾਨਾਂ ਨੇ ਆਪਣਾ ਪੈਂਤੜਾ ਜਿਹੜਾ ਇੱਕ ਲੋਕਤੰਤਰ ਰੱਖਿਆ। BJP ਨੂੰ ਪਤਾ ਨਹੀਂ ਕਿਉਂ ਭਰਮ ਸੀ, ਬਾਕੀ ਅੰਦੋਲਨਾਂ 'ਚ ਦੇਖਿਆ ਉਹਨਾਂ ਨੇ ਕਿਸੇ ਨਾਲ ਗੱਲਬਾਤ ਕਰਨ ਦੀ ਆਫਰ ਹੀ ਨਹੀਂ ਦਿੱਤੀ। ਜੀ ਬਿਲਕੁਲ। ਇੱਥੇ ਉਹਨਾਂ ਨੇ ਗੱਲਬਾਤ ਕਰਨ ਦੀ ਆਫਰ ਦਿੱਤੀ ਤੇ ਗੱਲਬਾਤ ਦੇ ਦੌਰਾਨ ਕਿਸਾਨ ਸੰਯੁਕਤ ਮੋਰਚੇ ਦੇ ਪ੍ਰਤੀਨਿਧਾਂ ਨੂੰ ਇੱਕ ਕਿਸਮ ਨਾਲ ਪ੍ਰਵੋਕ ਕੀਤਾ ਤਾਂ ਕਿ ਇਹ ਗੱਲਬਾਤ ਤੋਂ ਭੱਜ ਜਾਣ। ਜੀ, ਜਦੋਂ ਉੱਥੇ ਕੋਈ ਗੱਲਬਾਤ ਹੁੰਦੀ ਸੀ, ਕੋਈ ਗੱਲ ਨਹੀਂ ਸੀ ਹੁੰਦੀ, ਗੱਲਬਾਤ ਕਰਕੇ ਮੰਤਰੀ ਉੱਧਰ ਚਲਾ ਗਿਆ, ਉੱਧਰ ਚਲਾ ਗਿਆ, ਇੱਕ ਮੰਤਰੀ ਉੱਠ ਕੇ ਚਲਾ ਗਿਆ, ਦੂਜਾ ਉੱਠ ਕੇ ਚਲਾ ਗਿਆ, ਅੰਤ ਤੇ ਸ਼ਾਮ ਨੂੰ ਰਿਜ਼ਲਟ ਇਹ ਆਉਂਦਾ ਵੀ ਗੱਲ 'ਚ ਕੋਈ ਗੱਲ ਨਹੀਂ ਨਿਕਲੀ, ਕਿੰਨੇ ਗੇੜ ਦੀ ਗੱਲਬਾਤ ਹੋਈ। ਪਰੰਤੂ ਪਬਲਿਕ ਦੇ ਵਿੱਚ ਇਹਨਾਂ ਦਾ ਇਮੇਜ ਖਰਾਬ ਕਰਨ ਲਈ ਜੋ ਸਰਕਾਰ ਨੇ ਪੈਂਤੜਾ ਵਰਤਿਆ, ਇਹਨਾਂ ਨੇ ਦੂਜਾ ਪੈਂਤੜਾ ਵਰਤਿਆ ਵੀ ਨਹੀਂ ਇਹ ਸਾਨੂੰ ਪਤਾ ਹੈ, ਇਹਨਾਂ ਨੇ ਅਨਾਉਂਸ ਕਰਕੇ ਜਾਣਾ ਵੀ ਗੱਲਬਾਤ ਚੋਂ ਨਿਕਲਣਾ ਕੁਛ ਨਹੀਂ, ਪਰ ਅਸੀਂ ਗੱਲਬਾਤ ਚੋਂ ਨਹੀਂ ਭੱਜਣਾ। ਲੋਕਤੰਤਰਿਕ ਮਸਲੇ ਨੇ ਜਿਹੜੇ ਇਹ ਗੱਲਬਾਤ ਰਾਹੀਂ ਹੀ ਹੱਲ ਹੁੰਦੇ ਨੇ, ਅਸੀਂ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ। ਬਿਲਕੁਲ। ਇਸ ਦੇ ਨਾਲ ਨਾਲ BJP ਨੇ ਇੱਕ ਜਿਹੜੀ ਮੈਂ ਕਹੂੰਗਾ ਨਾ ਕਿ ਇਹ ਉਹਨਾਂ ਦੀ ਸਟ੍ਰੈਟਜੀ ਦੇ ਪੱਖ ਤੇ, BJP ਦੀ ਜਿਹੜੀ ਸਟ੍ਰੈਟਜੀ ਸੀ ਉਸ ਦੇ ਪੱਖ ਤੇ ਇੱਕ ਹਵਾ ਫੂਕ ਨਿਕਲੀ ਜਿਹੜੀ BJP ਦੀ ਸਟਾਰਟ ਤੇ। ਜੀ, ਸਟਾਰਟ ਤੇ ਹੀ ਉਹ
ਆਮ ਇਹ ਰਾਏ ਬਣਾ ਬੈਠੇ ਸਾਰੇ ਪੱਤਰਕਾਰ, ਈਵਨ ਗੋਦੀ ਮੀਡੀਆ, ਉਹਨਾਂ ਨੇ ਵੀ ਇਹ ਪ੍ਰਚਾਰ ਕੀਤਾ ਕਿ ਜਦੋਂ ਸਰਕਾਰ ਇਹ ਕਹਿ ਰਹੀ ਹੈ ਕਿ ਰਿਪੀਲ ਦੀ ਬਜਾਏ ਸਾਥੋਂ ਹੋਰ ਕੋਈ ਸ਼ਬਦ ਵਰਤ ਲਓ, ਅਸੀਂ ਕਾਨੂੰਨ ਲਾਗੂ ਨਹੀਂ ਕਰਾਂਗੇ ਪਰ ਅਸੀਂ ਸ਼ਬਦ ਰਿਪੀਲ ਨਹੀਂ ਕਰਨਾ, ਰੱਦ ਨਹੀਂ ਕਰਨੇ, ਕੋਈ ਹੋਰ ਇਹਦੇ ਵਿੱਚ ਜੋ ਮਰਜ਼ੀ ਲਿਖਾ ਲਓ, ਭਾਵੇਂ ਸਾਰੇ ਦੀ ਸਾਰੀ ਅਮੈਂਡਮੈਂਟ ਕਰਵਾ ਲਓ। ਇਹਦਾ ਮਤਲਬ ਇਹ ਹੋਇਆ ਕਿ ਸਰਕਾਰ ਨੈਤਿਕ ਤੌਰ ਤੇ ਉੱਥੇ ਹਾਰ ਗਈ ਸੀ ਜੀ। ਉਹ ਜਿਹੜੀ ਨੈਤਿਕ ਹਾਰ ਸੀ ਸਰਕਾਰ ਦੀ, ਇਹ ਸਰਕਾਰ ਨੇ ਮੰਨ ਲਿਆ ਕਿ ਇਹ ਕਾਨੂੰਨਾਂ ਦੀ ਲੋੜ ਨਹੀਂ ਸੀ, ਇਹ ਕਾਨੂੰਨ ਕਿਸੇ ਵਿਸ਼ੇਸ਼ ਵਰਗ ਨੂੰ, ਵਿਸ਼ੇਸ਼ ਵਿਅਕਤੀਆਂ ਨੂੰ ਫਾਇਦੇ ਦੇਣ ਲਈ ਬਣਾਏ ਗਏ ਨੇ, ਕਿਸਾਨਾਂ ਦੇ ਹਿੱਤ ਵਿੱਚ ਪੂਰੀ ਤਰ੍ਹਾਂ ਇਹ ਨਹੀਂ ਜੀ। ਇਸੇ ਕਰਕੇ ਇਹ ਕਾਨੂੰਨ ਬਣਾਏ ਗਏ ਤੇ ਰਾਤੋਂ ਰਾਤ ਅਧਿਆਦੇਸ਼ ਦੇ ਰੂਪ ਚ ਲਾਗੂ ਕੀਤੇ। ਸਰਕਾਰ ਨੇ ਨਾ ਹੀ ਕਿਸਾਨ ਜਥੇਬੰਦੀਆਂ ਨਾਲ, ਨਾ ਹੀ ਵਿਧਾਨਕ ਪ੍ਰਕਿਰਿਆ ਰਾਹੀਂ ਇਹ ਸਲਾਹ ਕਰਕੇ ਵਿਰੋਧੀ ਪਾਰਟੀਆਂ ਨਾਲ ਇਹ ਕਾਨੂੰਨ ਲਾਗੂ ਕੀਤੇ। ਪਰੰਤੂ ਜਿਵੇਂ ਜਿਵੇਂ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਕਿਸਾਨਾਂ ਨੇ ਜਿਹੜੀ ਹੁੰਗਰ ਭਰੀ, ਉਹਨਾਂ ਦੀ ਵੰਗਾਰ ਐਕਸੈਪਟ ਕੀਤੀ, ਚੁਣੌਤੀ ਮੰਨ ਲਈ ਔਰ ਉਹ ਤਕੜੇ ਹੋ ਕੇ ਅੱਗੇ ਅੱਗੇ ਵੱਧਦੇ ਗਏ, ਤਿਵੇਂ ਤਿਵੇਂ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਸੀ ਉਹਨਾਂ ਨੂੰ ਕਿਸਾਨਾਂ ਦੀ ਸ਼ਰਤ ਮੰਨ ਕੇ, ਪਹਿਲਾਂ ਵਿਰੋਧੀ ਪਾਰਟੀਆਂ ਨੂੰ ਇਹ ਸੀ ਵੀ ਏਦਾਂ ਹੀ ਕਿਸਾਨ ਕਿਵੇਂ ਚਲਾ ਲੈਣਗੇ, ਅਲਟੀਮੇਟਲੀ ਕਿਸੇ ਸਟੇਜ ਤੇ ਜਦੋਂ ਸਰਕਾਰ ਸਖਤੀ ਕਰੇਗੀ ਉਦੋਂ ਇਹਨਾਂ ਨੂੰ ਅਸੀਂ ਹਾਂ ਦਾ ਨਾਰਾ ਮਾਰਾਂਗੇ ਤੇ ਇਹਨਾਂ ਦੇ ਮੰਚ ਤੇ ਅਸੀਂ ਜਾ ਕੇ ਬੋਲਾਂਗੇ ਤੇ ਅਸੀਂ ਆਪਦੀ ਲੀਲਾ ਰਚਾਵਾਂਗੇ। ਬਿਲਕੁਲ। ਪਰੰਤੂ ਕਿਸਾਨ ਮੋਰਚੇ ਨੇ ਇੱਕ ਜਿਹੜਾ 26 ਜਨਵਰੀ ਦਾ ਵੱਡਾ ਸੰਕਟ ਆਇਆ ਔਰ ਉਹਦੇ ਵਿੱਚ ਇਹ ਸਾਬਤ ਵੀ ਹੋ ਰਿਹਾ ਹੈ ਹੁਣ ਤੇ ਰਿਪੋਰਟਾਂ ਇਦਾਂ ਦੀਆਂ ਆ ਰਹੀਆਂ ਨੇ ਕਿ ਸਰਕਾਰ ਨੇ ਵੱਡਾ ਛੜਯੰਤਰ ਕੀਤਾ। ਉਸ ਦੇ ਵਿੱਚ ਜ਼ਰੂਰ ਕਿਸਾਨ ਮੋਰਚੇ ਨੂੰ ਧੱਕਾ ਲੱਗਿਆ। ਉਸ ਤੋਂ ਬਿਨਾਂ ਕਿਸਾਨ ਮੋਰਚਾ ਬਹੁਤ ਹੀ ਸ਼ਾਨੇ ਸ਼ੌਕਤ ਨਾਲ ਔਰ ਉਸ ਸਿਚੁਏਸ਼ਨ 'ਚ ਵੀ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਇਹ ਆਏ। ਦੂਜਾ, ਇਹਨਾਂ ਦੇ ਜਿਹੜੇ ਸਲਾਹਕਾਰ ਸੀ, ਦੇਖੋ ਮੈਂ ਜੇ ਨਾਂ ਲਵਾਂ, ਜਨਰਲ ਰਾਮਦਾਸ, ਜਨਰਲ ਆਪਣਾ ਡਾਇਰੈਕਟਰ ਜਨਰਲ ਰਵੈਰੋ, ਬੋਪਾ ਰਾਏ, ਐਡੇ ਐਡੇ ਚੀਫ ਸੈਕਟਰੀ ਪੰਜਾਬ ਦਾ, ਬਹੁਤ ਵੱਡੇ ਵੱਡੇ ਸੀਨੀਅਰ IAS, ਕਰਨਲ, ਜਨਰਲ, ਐਡੇ ਐਡੇ ਵਿਅਕਤੀ ਜਿਹੜੇ ਆਏ ਔਰ ਉਹਨਾਂ ਨੇ ਇਹ ਗੱਲ ਕਹੀ, ਜਸਟਿਸ ਕਾਟਜੂ, ਜਸਟਿਸ ਮਾਰਕੰਡੇ, ਇਸ ਤੋਂ ਬਿਨਾਂ ਹੋਰ ਕਈ ਸਾਰੇ ਜੱਜਿਸ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਨਹੀਂ ਯਾਰ ਇਹ ਧੱਕਾ ਹੋ ਰਿਹਾ ਹੈ, ਇਹ ਨਿਯਮਾਂ ਮੁਤਾਬਕ ਨਹੀਂ ਹੈ, ਸੰਵਿਧਾਨ ਮੁਤਾਬਕ ਨਹੀਂ ਹੈ। ਇੱਕ ਇਹ ਕਾਨੂੰਨ ਸੰਵਿਧਾਨ ਦੇ ਵਿਧੀਵਤ ਤਰੀਕੇ ਨਾਲ ਨਹੀਂ ਸੀ, ਇਹ ਸਟੇਟਾਂ ਦਾ ਅਧਿਕਾਰ ਸੀ। ਇੱਕ, ਪਾਰਲੀਮੈਂਟ ਸਿਸਟਮ 'ਚੋਂ ਠੀਕ ਤਰੀਕੇ ਨਾਲ ਡਿਸਕਸ ਹੋ ਕੇ ਪਾਸ ਨਹੀਂ ਕਰਾਇਆ ਗਿਆ। ਦੋ, ਕਿਸਾਨ ਜਥੇਬੰਦੀਆਂ ਦੀ ਕਿਤੇ ਵੀ ਸਲਾਹ ਨਾਲ ਨਹੀਂ ਕੀਤਾ ਗਿਆ, ਜਾਣੀ ਕਿ ਲੋਕਾਂ ਦੀ ਆਵਾਜ਼ ਅਨੁਸਾਰ ਨਹੀਂ ਸੀ। ਤਿੰਨ, ਚੌਥਾ, ਤਸ਼ੱਦਦ ਕੀਤਾ ਗਿਆ। ਸੋ ਇੰਨੀਆਂ ਗੱਲਾਂ ਹੋਣ ਦੇ ਨਾਲ ਇਸ ਨੂੰ ਪਬਲਿਕ ਦੀ ਹਮਦਰਦੀ ਮਿਲਦੀ ਗਈ। ਦੂਜਾ, ਮੈਂ ਇਹ ਵੀ ਕਹੂੰਗਾ ਕਿ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਤਸ਼ੱਦਦ ਨਾਲ ਬਾਕੀ ਦੇ ਅੰਦੋਲਨ ਮੋਦੀ ਸਾਹਿਬ ਨੇ ਜਾਂ BJP ਨੇ ਦਬਾਏ ਜੀ, ਭਾਵੇਂ ਉਹ ਅੰਦੋਲਨ ਦਬਾਉਣ 'ਚ ਕਾਮਯਾਬ ਹੋ ਗਏ ਪਰ ਲੋਕਾਂ ਦੀ ਆਵਾਜ਼ ਨਹੀਂ ਦਬਦੀ ਹੋਈ। ਉਹ ਆਵਾਜ਼ ਦੁੱਗਣੀ ਤਿੱਗਣੀ ਬਣ ਕੇ ਕਿਸਾਨ ਅੰਦੋਲਨ ਦੇ ਨਾਲ ਖੜੀ ਹੋ ਗਈ। ਔਰ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ ਕਈ ਸਾਰੇ ਕਿਸਾਨ ਅੰਦੋਲਨ ਵੀ, ਇਸ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਕਿਸਾਨ ਅੰਦੋਲਨ, ਭਾਵੇਂ ਵੱਡੇ ਨਹੀਂ ਹੋਏ ਉਹ, ਪਰ ਉਹ ਬਹੁਤ ਮਹੱਤਵਪੂਰਨ ਅੰਦੋਲਨ ਹੋਏ। ਇੱਕ ਕਿਸਾਨ ਅੰਦੋਲਨ ਹੋਇਆ, ਉਹ ਕਿਸਾਨ ਵਿਚਾਰੇ ਕਿੰਨੇ ਦਿਨ ਪਾਣੀ 'ਚ ਬੈਠੇ ਰਹੇ। ਬਿਲਕੁਲ। ਇੱਕ ਕਿਸਾਨ ਅੰਦੋਲਨ ਹੋਇਆ, ਉਹ ਵਿਚਾਰੇ ਖੋਪੜੀਆਂ ਹੱਡੀਆਂ ਲੈ ਕੇ ਆਏ ਮਰੇ ਹੋਏ ਵਿਅਕਤੀਆਂ ਦੀਆਂ, ਐਡਾ ਵੱਡਾ ਮਾਰਚ ਉਹਨਾਂ ਨੇ ਕੀਤਾ। ਮਹਾਰਾਸ਼ਟਰ ਤੋਂ ਇੱਕ ਦਿੱਲੀ ਤੱਕ ਆਇਆ। ਮਤਲਬ ਇਹਨਾਂ ਨੇ ਉਹ ਸਾਰੇ ਅੰਦੋਲਨਾਂ ਨੂੰ ਕਿਤੇ ਕੱਖ ਨਹੀਂ ਸਮਝਿਆ। ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਇਹ ਚੀਜ਼ ਨੂੰ ਸਮਝ ਬੈਠਾ ਸੀ ਕਿ ਇਹਨਾਂ ਨੇ ਇਹ ਪੋਲੇ ਹੱਥੀ ਨਹੀਂ ਆਉਣਾ ਤੇ ਉਹਨਾਂ ਨੇ ਇਹ ਕਰੜੇ ਹੱਥੀ ਹੱਥ ਪਾਇਆ। ਔਰ ਜਿਵੇਂ ਹੀ ਮਤਲਬ ਇਹ ਅੰਦੋਲਨ ਅੱਗੇ ਵਧਿਆ, ਉਸੇ ਜਿਹੜੀ ਪੋਜੀਸ਼ਨ ਦੇ ਵਿੱਚ, ਉਸੇ ਸਪੀਡ ਨਾਲ UP ਤੇ ਹਰਿਆਣਾ ਦੇ ਵਿੱਚੋਂ ਤੁਰੰਤ ਲੋਕੀ ਆਏ ਨਾਲ। ਸਭ ਤੋਂ ਪਹਿਲਾ ਝਟਕਾ ਮੈਂ ਇਹ ਸਮਝਦਾ ਅੰਦੋਲਨ ਨੂੰ ਉਦੋਂ ਲੱਗਿਆ ਕਿ ਅੰਦੋਲਨ ਨੂੰ ਸਭ ਤੋਂ ਪਹਿਲਾਂ ਇਹ ਲੱਗ ਰਿਹਾ ਸੀ ਕਿ ਅੰਦੋਲਨ ਦੇ ਦਬਾਅ ਥੱਲੇ ਸ਼ਾਇਦ ਹਰਿਆਣੇ ਦੀ ਸਰਕਾਰ ਟੁੱਟ ਜਾਏਗੀ, JGP ਸ਼ਾਇਦ ਬਾਗੀ ਹੋ ਜਾਏਗੀ, ਕਿਸਾਨਾਂ ਨੂੰ ਉਹ ਸਹਿਣ ਨਹੀਂ ਕਰ ਪਾਏਗੀ। ਪਰੰਤੂ BJP ਨੇ ਉਹ ਆਪਣਾ ਕਿਲਾ ਬਚਾ ਲਿਆ, ਉਹ JJP ਨੂੰ ਟੁੱਟਣ ਨਹੀਂ ਦਿੱਤਾ। ਭਾਵੇਂ ਉਹਨਾਂ ਨੂੰ ਰਾਜਸੀ ਤੌਰ ਤੇ ਵੱਡਾ ਨੁਕਸਾਨ ਹੋਏਗਾ, ਹੋ ਰਿਹਾ ਹੈ,
ਜੇਜੇਪੀ ਨੂੰ ਵੀ ਹੋਏਗਾ ਇਹ, ਬਿਲਕੁਲ। ਪਰੰਤੂ ਉਹਦੇ ਬਰਾਬਰ ਕਿਸਾਨਾਂ ਨੇ ਪੂਰਾ ਹਰਿਆਣਾ ਜਾਮ ਕਰਤਾ। ਮੰਨਿਆ ਪੰਜਾਬ 'ਚ ਬੀਜੇਪੀ ਦਾ ਵਾਲਾ ਕੁਛ ਨਹੀਂ ਸੀ, ਅਕਾਲੀ ਦਲ ਅੱਡ ਨਿਕਲ ਗਿਆ, ਇੱਥੇ ਬੀਜੇਪੀ ਦੀ ਬਹੁਤੀ ਸਮਰੱਥਾ ਨਹੀਂ ਸੀ, ਪਰੰਤੂ ਹਰਿਆਣੇ ਦੇ ਵਿੱਚ ਤਾਂ ਸਰਕਾਰ ਸੀ, ਕਿਤੇ ਕੋਈ ਫੰਕਸ਼ਨ ਨਹੀਂ ਹੋਣ ਦਿੱਤਾ, ਹੈਲੀਕਾਪਟਰ ਨਹੀਂ ਉਤਰਨ ਦਿੱਤਾ, ਕਿਤੇ ਸੀਐਮ ਨੂੰ ਬੋਲਣ ਨਹੀਂ ਦੇਣਾ, ਡਿਪਟੀ ਸੀਐਮ ਨੂੰ ਬੋਲਣ ਨਹੀਂ ਦੇਣਾ, ਜਾਣੀ ਕਿ ਪਬਲਿਕ 'ਚ ਜਾਣਾ ਉਹਨਾਂ ਦਾ ਬੰਦ ਕਰਤਾ। ਇਸ ਤਰ੍ਹਾਂ ਆਉਣ ਵਾਲੇ ਸਮੇਂ ਯੂਪੀ 'ਚ ਹੋ ਗਿਆ। ਫਿਰ ਇਸ ਤੋਂ ਬਿਨਾਂ ਜਿਹੜਾ ਟੋਲ ਬੰਦ ਕੀਤਾ, ਉਹਦੇ ਨਾਲ ਸਿੱਧਾ ਮੈਸੇਜ ਗਿਆ ਕਿ ਸਰਕਾਰ ਗੋਡਿਆਂ ਪਰਨੇ ਤਾਂ ਹੋਊਗੀ। ਸੋ ਉਹ ਸਰਕਾਰ ਜਿਹੜੀ ਝੁਕਦੀ ਲੱਗੀ ਨਾ, ਜਾਂ ਸਰਕਾਰ ਨੇ ਆਪਦੇ ਆਪ 'ਚ ਇੱਕ ਦਿਖਾ ਦਿੱਤਾ ਕਿ ਅਸੀਂ ਅੰਦੋਲਨ ਦੇ ਸਾਹਮਣੇ ਝੁਕੇ ਹੋਏ ਹਾਂ, ਉਸ ਚੀਜ਼ ਨੇ ਮੈਨੂੰ ਲੱਗਦਾ ਅੰਦੋਲਨ ਨੂੰ ਬਹੁਤ ਬਲ ਦਿੱਤਾ। ਤੇ ਇਸ ਤੋਂ ਵੱਡਾ ਬਲ ਦਿੱਤਾ ਜਿਹੜਾ, ਉਹ ਕ੍ਰੈਡਿਟ ਹਮੇਸ਼ਾ ਜਾਊਗਾ ਉਹ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੂੰ ਜਾਂਦਾ ਹੈ, ਉਹ ਉਹਨਾਂ ਦੀ ਸਿਆਣਪ ਨੂੰ ਜਾਂਦਾ ਹੈ, ਤੇ ਉਹਨਾਂ ਦੀ ਜਥੇਬੰਦਕ ਢਾਂਚੇ ਮੁਤਾਬਕ ਜਿਵੇਂ ਨੇ ਡਿਊਟੀਆਂ ਲਾਈਆਂ, ਲੋਕਾਂ ਨੇ ਅਨੁਸ਼ਾਸਨ 'ਚ ਰੱਖਿਆ, ਲੋਕ ਅਨੁਸ਼ਾਸਨ 'ਚ ਰਹੇ, ਉਹਦਾ ਕ੍ਰੈਡਿਟ ਉਸ ਨੂੰ ਜਾਂਦਾ ਹੈ। ਇਸ ਕਰਕੇ ਕੁੱਲ ਮਿਲਾ ਕੇ ਇਹ ਰਿਹਾ ਕਿ ਬੀਜੇਪੀ ਦੀ ਲੀਡਰਸ਼ਿਪ ਦਾ ਫੇਲੂਅਰ ਹੈ ਜਿਹੜਾ, ਉਹ ਤੁਰੰਤ ਸਾਹਮਣੇ ਆ ਗਿਆ, ਜਿਹਦੇ ਨਾਲ ਕਿਸਾਨ ਮੋਰਚੇ ਦੀ ਚੜ੍ਹਤ ਰਹੀ, ਤੇ ਉਹ ਚੜ੍ਹਤ ਨੂੰ ਬਰਕਰਾਰ ਰੱਖ ਕੇ ਉਹ ਮਤਲਬ ਬਹੁਤ ਹੀ ਸੁਚੱਜੇ ਤਰੀਕੇ ਨਾਲ ਅੱਗੇ ਵੱਧਦੇ ਗਏ। ਤੇ ਅਲਟੀਮੇਟਲੀ ਇਹਦੇ ਨਾਲ ਕਿਸਾਨ ਮੋਰਚੇ ਨੂੰ ਇਹ ਜ਼ਰੂਰ ਦਿਖ ਗਿਆ ਸੀ ਕਿ ਜੇਕਰ ਸਾਡੇ ਵਿੱਚ ਫੁੱਟ ਪਾਉਣ 'ਚ ਸਰਕਾਰ ਕਾਮਯਾਬ ਨਾ ਹੋਈ ਤਾਂ ਸਾਡੀ ਜਿੱਤ ਯਕੀਨੀ ਹੈ, ਔਰ ਉਹ ਸਾਬਤ ਹੋ ਗਿਆ। ਬਿਲਕੁਲ। ਧਾਲੀਵਾਲ ਸਾਹਿਬ, ਐਮਐਸਪੀ ਦਾ ਰੇੜਕਾ ਕੀ ਲੱਗਦਾ ਤੁਹਾਡੇ ਐਮਐਸਪੀ ਤੇ ਕੀ ਵਿਚਾਰ ਨੇ? ਕੀ ਵੱਡਾ ਰੇੜਕਾ ਜਿੱਡਾ ਇਸ਼ੂ ਬਣਾਇਆ ਜਾ ਰਿਹਾ ਐਡਾ ਹੈ, ਜਾਂ ਸਰਕਾਰ ਆਸਾਨੀ ਦੇ ਨਾਲ ਇਸ ਮਾਮਲੇ ਨੂੰ ਨਜਿੱਠ ਲਊਗੀ? ਦੇਖੋ ਗੱਲ ਕੀ ਹੈ, ਐਮਐਸਪੀ ਦੇ ਵਿੱਚ ਥੋੜੇ ਮਤਭੇਦ ਨੇ। ਕਿਤੇ ਸਰਕਾਰ ਕਹਿ ਦਿੰਦੀ ਹੈ ਵੀ ਇਹ 15% ਕਿਸਾਨਾਂ ਨੂੰ ਮਿਲਦੀ ਹੈ, ਕਿਤੇ ਇਹ ਕਿਹਾ ਜਾਂਦਾ 6% ਕਿਹਾ ਜਾਂਦਾ। ਬਿਲਕੁਲ। ਜੇ ਆਪਾਂ ਇਹ ਮੰਨ ਲਈਏ ਕਿ ਇਹਦੇ ਵਿੱਚ ਆਪਾਂ ਇਹ ਕਹੀਏ ਕਿ 6% ਤੋਂ ਵੱਧ ਕਰ ਲਓ, 10% ਤੋਂ ਘੱਟ ਕਿਸਾਨਾਂ ਨੂੰ ਇਹ ਮਿਲਦੀ ਹੈ, ਇਹਦਾ ਮਤਲਬ ਜੇ ਇਹ ਇੱਕ ਦਲੀਲ ਦਿੱਤੀ ਜਾ ਰਹੀ ਹੈ ਕਿ ਜੇਕਰ ਐਮਐਸਪੀ ਸਾਰੇ ਹਿੰਦੁਸਤਾਨ 'ਚ ਸਾਰੀਆਂ ਫਸਲਾਂ ਤੇ ਲਾਗੂ ਕਰ ਦਿੱਤੀ ਜਾਵੇ ਤਾਂ ਇੰਨੇ ਪੈਸੇ ਸਰਕਾਰ ਕਿੱਥੋਂ ਲਿਆਏਗੀ? ਇੱਕ ਤਾਂ ਇਹ ਤਰਕ ਹੈ ਜਿਹੜਾ, ਇਹ ਬਿਲਕੁਲ ਗੁੰਮਰਾਹਕੁਨ ਤਰਕ ਹੈ। ਕਿਸਾਨਾਂ ਦੀ ਮੰਗ ਇਹ ਹੈ ਕਿ ਜਿਹੜਾ ਅਨਾਜ ਸਰਕਾਰ ਖਰੀਦੇਗੀ ਉਹ ਠੀਕ ਹੈ, ਪਰ ਜੇ ਸਰਕਾਰ ਨਹੀਂ ਖਰੀਦੇਗੀ, ਇਸ ਮੁੱਲ ਤੋਂ ਘੱਟ ਕੋਈ ਵੀ ਸਾਡਾ ਅਨਾਜ ਨਹੀਂ ਖਰੀਦ ਪਾਏਗਾ। ਜੇ ਉਹ ਨਹੀਂ ਖਰੀਦ ਪਾਏਗਾ ਤਾਂ ਜਿਹੜੇ ਲੋਕ ਫੂਡ ਦਾ ਵਪਾਰ ਕਰ ਰਹੇ ਨੇ ਤਾਂ ਉਹਨਾਂ ਨੂੰ ਰਾ ਮਟੀਰੀਅਲ ਤੇ ਚਾਹੀਦਾ ਹੀ ਹੋਏਗਾ ਨਾ, ਕਿਤੋਂ ਨਾ ਕਿਤੋਂ ਤਾਂ ਖਰੀਦਣਗੇ ਉਹ। ਬਿਲਕੁਲ। ਕੀ ਬਾਹਰਲੇ ਦੇਸ਼ਾਂ ਤੋਂ ਜੇ ਉਹ ਮੰਗਾਉਂਦੇ ਨੇ, ਕੀ ਉਹ ਇਸ ਤੋਂ ਸਸਤਾ ਪਏਗਾ? ਇੱਕ। ਸੈਕੰਡ, ਜੇ ਉਹ ਸਸਤਾ ਪਏਗਾ, ਕੀ ਸਰਕਾਰ ਉਹਤੇ ਜਿਹੜੀ ਡਿਊਟੀ ਲਾਉਂਦੀ ਹੈ, ਜਦੋਂ ਕੋਈ ਨਾ ਚੀਜ਼ ਬਾਹਰੋਂ ਆਉਂਦੀ ਹੈ ਸਰਕਾਰ ਉਹਤੇ ਟੈਕਸ ਲਾਉਂਦੀ ਹੈ, ਸਰਕਾਰ ਉਹ ਟੈਕਸ ਏਦਾਂ ਮੈਨੇਜ ਕਰ ਲੈ ਕਿ ਉਹਨਾਂ ਨੂੰ ਮਜਬੂਰਨ ਬਸ ਉਸ ਰੇਟ ਤੇ ਇੱਥੋਂ ਹੀ ਖਰੀਦਣੇ ਪੈਣ। ਜੀ ਬਿਲਕੁਲ। ਠੀਕ ਹੈ ਕਿ ਨਹੀਂ? ਉਹ ਦੀ ਪ੍ਰਾਈਸ ਕੀ ਹੋਊਗੀ, ਘੱਟ ਹੋ ਸਕਦੀ ਹੈ, ਵੱਧ ਹੋ ਸਕਦੀ ਹੈ, ਉਹ ਉਸ ਸਮੇਂ ਮੁਤਾਬਕ ਦੇਖਿਆ ਜਾਊਗਾ। ਦੂਜਾ, ਜਿੰਨੇ ਪੈਸਿਆਂ ਦਾ ਐਮਐਸਪੀ ਦੇ ਉੱਤੇ ਕੋਈ ਮਟੀਰੀਅਲ ਸਰਕਾਰ ਜਾਂ ਕੋਈ ਹੋਰ ਏਜੰਸੀਆਂ ਖਰੀਦਣਗੀਆਂ, ਜਿਹੜੀਆਂ ਖਰੀਦਣਗੀਆਂ ਉਹ ਮਾਲ ਉਹਨਾਂ ਕੋਲੇ ਪਿਆ, ਉਹ 6 ਮਹੀਨਿਆਂ 'ਚ ਵਿਕ ਜਾਏਗਾ, ਅਗਲਾ ਮਾਲ ਦੀ ਤਿਆਰੀ ਹੋ ਜਾਏਗੀ, ਅਗਲੇ ਮਾਲ ਦੀ। ਇਹ ਇੱਕ ਭਰਮ ਪਾਇਆ ਜਾ ਰਿਹਾ ਹੈ, ਬਹੁਤ ਡਰਾਵਾ ਕਿ ਜੀ ਇੰਨੇ ਲੱਖ ਕਰੋੜ ਕਿੱਥੋਂ ਆਏਗਾ, ਇੰਨੇ ਲੱਖ ਕਰੋੜ ਕਿੱਥੋਂ ਆਏਗਾ। ਦਵਿੰਦਰ ਸ਼ਰਮਾ ਜੀ ਦੀ ਅੱਛੀ ਰਿਸਰਚ ਹੈ, ਔਰ ਉਹਨਾਂ ਨੇ ਵਾਰ-ਵਾਰ ਦੱਸਿਆ ਕਿ ਇਹ ਗੁੰਮਰਾਹਕੁਨ ਪ੍ਰਚਾਰ ਹੈ, ਇਸ ਤਰ੍ਹਾਂ ਨਹੀਂ ਹੈ। ਐਮਐਸਪੀ ਲਾਗੂ ਹੋ ਸਕਦੀ ਹੈ, ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਪਰੰਤੂ ਜਿਹੜੇ 3 ਕਾਨੂੰਨ ਆਏ ਸੀ, ਇਹ 3 ਕਾਨੂੰਨਾਂ ਦੀ ਐਪਲੀਕੇਸ਼ਨ ਕੀ ਸੀ? ਇਹਦੀ ਐਪਲੀਕੇਸ਼ਨ ਇਹ ਸੀ ਕਿ ਜਿਹੜੇ ਸੂਬਿਆਂ ਦੇ ਵਿੱਚ ਐਮਐਸਪੀ ਹੈ ਉਹ ਆਪਣੇ ਆਪ ਖਤਮ ਹੋ ਜਾਏਗੀ ਤੇ ਉਹਦੇ ਨਾਲ ਮੰਡੀਆਂ ਖਤਮ ਹੋ ਜਾਣਗੀਆਂ। ਹੁਣ ਇਹ 3 ਕਾਨੂੰਨਾਂ ਨਾਲ ਉਹ ਤਾਂ ਗਿਆ ਬਚ, ਪਰ ਹੁਣ ਐਮਐਸਪੀ ਜੇ ਸਰਕਾਰ ਨਹੀਂ ਦਿੰਦੀ, ਜੇ ਆਪਾਂ ਨਿਰਪੱਖ ਹੋ ਜਾਈਏ, ਆਪਾਂ ਨਹੀਂ ਕਹਿੰਦੇ ਨਾ, ਆਪਾਂ ਕਿਸਾਨ ਮੋਰਚੇ ਦੀ ਗੱਲ ਕਰਦੇ ਹਾਂ, ਆਪਾਂ ਹੁਣ ਇੱਥੇ ਵਿਸ਼ਲੇਸ਼ਕ ਦੇ ਤੌਰ ਤੇ ਗੱਲ ਕਰ ਰਹੇ ਹਾਂ। ਹੁਣ ਇਹ ਹੈ ਕਿ ਪੂਰੇ ਮੁਲਕ ਦੇ ਵਿੱਚ ਇਹ ਗੱਲ ਚਲੀ ਗਈ ਜੀ। ਹੁਣ ਜਿਹੜੀਆਂ ਬਾਕੀ ਸਰਕਾਰਾਂ ਨੇ, ਕੇਂਦਰ 'ਚ ਸਰਕਾਰ ਬੀਜੇਪੀ ਦੀ ਰਵੇ ਜਾਂ ਕਿਸੇ ਦੀ ਹੋਰ ਆਵੇ, ਉਹਨਾਂ ਸਰਕਾਰਾਂ ਵੱਲੋਂ ਇਹ ਦਬਾਅ ਪਾਇਆ ਜਾਏਗਾ ਕਿ ਜੇਕਰ ਸਾਡੇ ਸੂਬੇ ਨੂੰ ਐਮਐਸਪੀ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਕੇਂਦਰ ਸਰਕਾਰ ਦੇ ਉਲਟ ਚੱਲਾਂਗੇ। ਸੋ ਇਸ ਕਰਕੇ ਇਹ ਦਬਾਅ ਆਏਗਾ, ਐਮਐਸਪੀ ਤੇ ਕੁਛ ਨਾ ਕੁਛ ਸਰਕਾਰ ਨੂੰ ਕਰਨਾ ਪਏਗਾ। ਇਹ ਹੋ ਸਕਦਾ ਹੈ
ਉਹ ਫੇਜ਼ ਦੇ ਵਿੱਚ ਕਰ ਦੇਵੇ ਕਿ ਅਸੀਂ ਪਹਿਲੇ 2 ਸਾਲਾਂ 'ਚ ਇੰਨੀਆਂ ਫਸਲਾਂ ਦੇ ਕਰ ਦਾਂਗੇ, ਅਗਲੇ 2 ਸਾਲਾਂ 'ਚ ਇੰਨੀਆਂ ਫਸਲਾਂ ਦੇ ਕਰ ਦਾਂਗੇ, ਅਗਲੇ 5 ਸਾਲਾਂ 'ਚ ਸਾਰੀਆਂ ਫਸਲਾਂ ਦੇ ਕਰ ਦਾਂਗੇ। ਮੈਨੂੰ ਲੱਗਦਾ ਇਹ ਸਰਕਾਰ ਨੂੰ ਕਰਨਾ ਪਊਗਾ, ਕਿਉਂਕਿ ਇਹ ਲੈਂਦੇ ਨੇ ਮਾਡਲ ਵਿਦੇਸ਼ਾਂ ਦਾ। ਵਿਦੇਸ਼ਾਂ ਦਾ ਜਿਹੜੇ ਡਿਵੈਲਪਡ ਕੰਟਰੀ ਨੇ, ਉੱਥੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ, ਅਮਰੀਕਾ ਦੇ ਵਿੱਚ ਸਿਰਫ 1% ਕਿਸਾਨ ਨੇ, ਸਾਡੇ ਤਾਂ 50% ਕਿਸਾਨ ਨੇ ਨਾ। ਬਿਲਕੁਲ ਸਾਡੇ ਉਸ ਤਰ੍ਹਾਂ ਦੀ ਇਹ ਕੰਮ ਨਹੀਂ ਚੱਲ ਸਕਦਾ। ਸੋ ਇਸ ਕਰਕੇ ਕੁੱਲ ਮਿਲਾ ਕੇ ਇਹ ਹੈ ਕਿ MSP ਤੇ ਕੁਛ ਕਰਨਾ ਪਏਗਾ। ਔਰ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਅੱਜ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਫੈਸਲਾ ਲਿਆ ਕਿ ਸੰਸਦ ਕੂਚ ਹੈ ਜਿਹੜਾ 29 ਦਾ, ਉਹ ਪੋਸਟਪੋਨ ਕਰਤਾ, ਹਜੇ ਰੱਦ ਨਹੀਂ। ਹਾਂਜੀ, ਇਹੀ ਸਵਾਲ ਮੇਰਾ ਅਗਲਾ ਸੀ ਕਿ ਹਾਂ ਬਿਲਕੁਲ ਆਪਾਂ ਇਸ ਤੇ ਗੱਲ ਕਰਦੇ ਹਾਂ ਕਿ ਇਹ ਰੱਦ ਨਹੀਂ ਕੀਤਾ, ਇਹ ਅੱਗੇ ਪਾਤਾ ਉਹਨਾਂ ਨੇ ਕਿ ਅਸੀਂ ਫੇਰ ਵਿਚਾਰਾਂਗੇ 4 ਤਰੀਕ ਤੇ 4 ਤਰੀਕ ਤੱਕ। ਕਿਉਂਕਿ ਇੱਕ ਮੈਨੂੰ ਇਹ ਲੱਗਦਾ ਹੈ ਕਿ ਇਸ ਮੋਰਚੇ ਦੀ ਇੱਕ ਵਿਸ਼ੇਸ਼ ਗੱਲ ਇਹ ਹੈ ਕਿ ਸਰਕਾਰ ਨੂੰ ਇਹ ਲੱਗਿਆ ਕਿ ਜੇ ਅਸੀਂ ਕਿਸਾਨਾਂ ਨਾਲ ਬੈਠ ਕੇ ਵਿਚਾਰ ਕੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਰਕਾਰ ਦੀ ਬਹੁਤ ਬੇਇੱਜ਼ਤੀ ਹੈ ਕਿ ਗੋਡੇ ਲਵਾਤੇ ਜੀ ਸਰਕਾਰ ਦੇ ਕਿਸਾਨ ਮੋਰਚੇ ਨੇ। ਹਾਲਾਂਕਿ ਇਹ ਪ੍ਰਚਾਰ ਹੁਣ ਵੀ ਹੋਏਗਾ, ਪਰੰਤੂ ਸਰਕਾਰ ਨੇ ਆਪਣੇ ਪੱਖ 'ਚ ਇਹ ਸੋਚਦੇ ਹੋਏ ਕਿ ਜੀ ਮੋਦੀ ਸਾਹਿਬ ਤਾਂ ਬਹੁਤ ਭਲੇ ਬੰਦੇ ਨੇ, ਦੇਖੋ ਉਹਨਾਂ ਨੇ 1% ਫੈਸਲਾ ਲੈ ਕੇ ਐਲਾਨ ਕਰਤਾ ਜੀ, ਇਸ ਕਰਕੇ ਉਹਨਾਂ ਨੇ ਇੱਕ ਆਪਣੀ ਇੱਜ਼ਤ ਬਚਾਈ ਹੈ। ਔਰ ਮੈਨੂੰ ਇਹ ਵੀ ਸ਼ੱਕ ਹੈ ਜੀ ਕਿ ਗੈਰ ਰਸਮੀ ਤੌਰ ਤੇ, ਨੋਟ ਰਸਮੀ ਤੌਰ ਤੇ ਨਹੀਂ ਹੋਈ ਜੀ, ਗੈਰ ਰਸਮੀ ਤੌਰ ਤੇ ਹੋ ਸਕਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਤੇ ਪ੍ਰਧਾਨ ਮੰਤਰੀ ਦੇ ਵਿਚਾਲੇ ਇਹਦੀ ਕੋਈ ਸਹਿਮਤੀ ਹੋਈ ਹੋਵੇ ਜੀ। ਹੁਣ ਵੀ ਇਹੀ ਲੱਗ ਰਿਹਾ ਕਿ ਗੈਰ ਰਸਮੀ ਤੌਰ ਤੇ ਕੋਈ ਨਾ ਕੋਈ ਗੱਲ ਹੋਈ ਹੋਏਗੀ। ਉਹ ਗੱਲ ਦਾ ਨਤੀਜਾ ਇਹ ਹੋਏਗਾ ਕਿ ਦੋਨਾਂ ਦੀ ਰਹਿ ਜਾਵੇ। ਸਰਕਾਰ ਨੂੰ ਬੜਾ ਲੱਗ ਰਿਹਾ ਕਿ ਸਾਡੀ ਖਿੱਲੀ ਉੱਡ ਗਈ, ਇਸ ਕਰਕੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੀ ਅਪੀਲ ਦੇ ਉੱਤੇ, ਤੋਮਰ ਦੀ ਅਪੀਲ ਦੇ ਉੱਤੇ ਇਹ ਫੈਸਲਾ ਲੈ ਲਿਆ ਅੱਧਾ ਕਿ ਅਸੀਂ ਸੰਸਦ ਕੂਚ ਰੱਦ ਕਰਦੇ ਹਾਂ। ਪਰੰਤੂ ਹੁਣ ਸਰਕਾਰ ਨੂੰ ਇੱਕ ਸਟੈਪ ਅੱਗੇ ਆਉਣਾ ਚਾਹੀਦਾ ਕਿ ਉਹ ਇਸ ਪੀਰੀਅਡ ਦੇ ਦੌਰਾਨ ਕਿਸਾਨਾਂ ਦੇ ਨਾਲ ਗੱਲ ਕਰੇ ਜਾਂ ਕਿਸਾਨਾਂ ਦੀ ਨੀਤੀਆਂ ਮੁਤਾਬਕ ਬਣਦੀਆਂ ਕਮੇਟੀਆਂ ਬਣਾਵੇ ਜਾਂ ਆਪਣਾ ਡਿਸੀਜਨ ਅਨਾਉਂਸ ਕਰੇ। ਲੱਗ ਇਹ ਰਿਹਾ ਕਿ ਹੁਣ ਇਹ ਗੱਲ ਲਗਭਗ ਨਿਬੜ ਗਈ ਜੀ, ਸਿਰਫ ਇਸ ਨੂੰ ਅਧਿਕਾਰਤ ਤੌਰ ਤੇ ਇੱਕ ਰੂਪ ਦੇਣਾ ਬਾਕੀ ਰਹਿੰਦਾ ਹੈ। ਰੂਪ ਦੇਣਾ ਬਾਕੀ ਰਹਿੰਦਾ, ਉਹ ਰੂਪ ਕਿਵੇਂ ਦਿੱਤਾ ਜਾਏਗਾ ਸਰਕਾਰ ਨੂੰ ਹਲੇ ਵੀ ਲੱਗਦਾ ਹੈ। ਪਰ ਮੈਂ ਇਹ 'ਚ ਧੰਨਵਾਦ ਕਰਦਾ ਕਿ ਕਿਸਾਨੀ ਜਿਹੜੇ ਸੰਯੁਕਤ ਮੋਰਚੇ ਦੇ ਲੀਡਰ ਨੇ, ਉਹਨਾਂ ਨੇ ਇੱਥੇ ਆ ਕੇ ਸਾਬਤ ਕਰਤਾ ਕਿ ਜਿੱਦੀ ਅਸੀਂ ਨਹੀਂ ਆ, ਜਿੱਦ ਸਰਕਾਰ ਦੀ ਸੀ। ਕਿਉਂਕਿ ਪਿਛਲੇ ਦਿਨਾਂ ਵਿੱਚ ਵੀ ਗੋਦੀ ਮੀਡੀਆ ਦੇ ਐਂਕਰ ਬੜੇ ਫਸੇ ਸੀ, ਉਹ ਵਿਚਾਰੇ ਬਾਰ-ਬਾਰ ਇਹ ਕਹਿ ਰਹੇ ਸੀ ਵੀ ਹੁਣ ਕਿਸਾਨਾਂ ਨੂੰ ਵਾਪਸ ਚਲਾ ਜਾਣਾ ਚਾਹੀਦਾ ਹੈ, ਜਿਹੜੀ ਕਿ ਸਾਰਾ ਰਿਸਪੌਂਸਿਬਿਲਿਟੀ ਦਾ ਜ਼ਿੰਮਾ, ਜਿਹੜਾ ਜ਼ਿੰਮੇਵਾਰੀ ਹੈ, ਉਹ ਸਾਰੀ ਕਿਸਾਨਾਂ ਤੇ ਪਾ ਰਹੇ ਸੀ ਔਰ ਕਿਸਾਨਾਂ ਨੇ ਉਹ ਚੱਕ ਲਈ ਹੈ। ਉਹਨਾਂ ਨੇ ਅੱਗੇ ਇੱਕ ਬਹੁਤ ਹੀ ਸੋਹਣਾ ਫੈਸਲਾ ਲਿਆ ਕਿ ਅਸੀਂ ਆਹ ਜਿਹੜਾ ਅੰਦੋਲਨ ਹੈ ਸੰਸਦ ਕੂਚ ਦਾ, ਉਹਨੂੰ ਅਸੀਂ ਹਲੇ ਸਸਪੈਂਡ ਕਰਦੇ ਹਾਂ। ਔਰ ਇਹ ਬਹੁਤ ਅੱਛਾ ਜੈਸਚਰ ਉਹਨਾਂ ਨੇ ਦਿੱਤਾ ਹੈ। ਮੈਨੂੰ ਇਹ ਲੱਗਦਾ ਕਿ ਇਹ ਬਹੁਤ ਹੀ ਸਿਆਣਪ ਵਾਲਾ ਕਦਮ ਹੈ। ਬਾਕੀ ਇਹ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਨਿੱਕੀ ਮੋਟੀ ਘਟਨਾ ਜਿਹੜੀਆਂ ਕਿਤੇ ਹੋਈਆਂ ਨੇ, ਉਹ ਬਹੁਤ ਹੀ ਸੰਭਾਲ ਕੇ ਚਲਾਈਆਂ ਨੇ ਜੀ। ਔਰ ਮੈਨੂੰ ਇਹ ਲੱਗਦਾ ਕਿ ਸਰਕਾਰ ਨੂੰ ਅਨਾਉਂਸ ਕਰਨਾ ਔਖਾ ਲੱਗਦਾ ਹੁੰਦਾ ਹੈ, ਪਰ ਮੇਰਾ ਖਿਆਲ ਹੈ ਕੇਸ ਕੂਸ ਵਾਪਸ ਲੈਣੇ ਸਰਕਾਰ ਲਈ ਬਹੁਤ ਵੱਡੀ ਗੱਲ ਨਹੀਂ। ਹਾਂ, ਅੰਦੋਲਨ ਜਦੋਂ ਸਮਾਪਤ ਹੋਊਗਾ ਤਾਂ ਕੇਸ ਤਾਂ ਵਾਪਸ ਹੋਣਗੇ ਹੀ, ਕੁਦਰਤੀ ਹੈ। ਉਹ 'ਚ ਜਿੱਦ ਵੀ ਨਹੀਂ ਰਹਿਣੀ ਚਾਹੀਦੀ। ਮਤਲਬ ਜਦੋਂ ਕਾਰਨ ਜਿਹੜਾ ਜਿਸ ਕਰਕੇ ਲੜਾਈ ਸੀ, ਉਹ ਕਾਰਨ ਖਤਮ ਹੋ ਗਿਆ, ਲੜਾਈ ਦਾ ਕੋਈ ਹੋਰ ਵਧਾਉਣ ਵਾਲੀ ਗੱਲ ਰਹਿ ਨਹੀਂ ਜਾਂਦੀ। ਬਿਲਕੁਲ, ਚੋਣਾਂ ਸਿਰ ਤੇ ਨੇ, ਸਰਕਾਰ ਉੱਤੇ ਵੀ ਦਬਾਅ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਹੁਣ ਇਸ ਨੂੰ ਇੱਕ ਰੂਪ ਦੇਣਾ ਬਾਕੀ ਹੈ। ਬਾਕੀ ਜੋ ਮੇਰਾ ਅੰਦਾਜ਼ਾ ਇਹ ਹੈ ਕਿ ਗੈਰ ਰਸਮੀ ਤੌਰ ਤੇ ਇਹ ਗੱਲਾਂ ਲਗਭਗ ਕਿਤੇ ਨੇੜੇ ਲੱਗੀਆਂ ਹੋਈਆਂ ਨੇ। ਬਿਲਕੁਲ, ਗੱਲਾਂ ਧਾਲੀਵਾਲ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਨੇੜੇ ਲੱਗੀਆਂ ਹੋਈਆਂ ਨੇ। ਧਾਲੀਵਾਲ ਸਾਹਿਬ ਸ਼ੁਕਰੀਆ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਧੰਨਵਾਦ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਸੀ ਸਿਆਸੀ ਮਾਹਿਰ ਪ੍ਰੋਫੈਸਰ ਰਾਣਾ ਸਿੰਘ ਧਾਲੀਵਾਲ ਸਾਹਿਬ ਨੇ MSP ਦੇ ਇਸ਼ੂ ਤੇ ਗੱਲਬਾਤ ਰਾਹੀਂ ਤੁਹਾਨੂੰ ਸਮਝਾਇਆ ਕਿ ਹਕੂਮਤ ਲਈ, ਸਰਕਾਰ ਲਈ MSP ਦਾ ਇਹ ਮਸਲਾ ਨਜਿੱਠਣਾ ਐਡੀ ਕੋਈ ਵੱਡੀ ਗੱਲ ਨਹੀਂ ਹੈ। ਜੇਕਰ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਤਾਂ ਸਰਕਾਰ ਵੀ ਚਾਹੁੰਦੀ ਹੈ ਕਿ ਛੇਤੀ ਤੋਂ ਛੇਤੀ ਅੰਦੋਲਨ ਸਮਾਪਤ ਹੋਵੇ। ਜਿਵੇਂ ਧਾਲੀਵਾਲ ਸਾਹਿਬ ਨੇ ਦੱਸਿਆ ਕਿ ਇਲੈਕਸ਼ਨ ਨੇੜੇ ਹੈ, ਸਰਕਾਰ ਇਸ ਮਸਲੇ ਨੂੰ ਲੰਬਾ ਲੈ ਕੇ ਜਾਣਾ ਨਹੀਂ ਚਾਹੁੰਦੀ। ਹੁਣ ਐਂ ਲੱਗਦਾ ਕਿ ਥੋੜੇ ਹੀ ਦਿਨਾਂ ਦੇ ਵਿੱਚ ਕਿਸਾਨੀ ਅੰਦੋਲਨ ਸਫਲਤਾਪੂਰਵਕ ਸਮਾਪਤ ਹੋਣ ਦੇ ਕੰਢੇ ਤੇ ਹੈ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।